वाहिगुरु जी सतनाम श्री वाहिगुरु। जैसे जलते बुध बुधाय उपजै बिन सैनीत, जग रचना तैसे रची कहो नानक सुन मीत। चेतना है तो चेत लै निस दिन मह प्रानी, छिन छिन औद बेहात है फूटे घट ज्यों पानी। औद तेरी जी जावे बीत दी, औद तेरी जी जावे बीत दी। औद तेरी जी बंदया जावे बीत दी, औद तेरी जी बंदया जावे बीत दी। जिमें फुटड़े कड़े दा पानी, कड़े दा पानी औद तेरी जावे बीत दी। फुटड़े कड़े दा जिमें पानी औद तेरी जावे बीत दी। बोलो बोलिया करो। औद तेरी जी जावे बीत दी, औद तेरी जी जावे बीत दी। औद तेरी जी बंदया जावे बीत दी, औद तेरी जी बंदया जावे बीत दी। जिमें फुटड़े कड़े दा पानी, कड़े दा जिमें पानी औद तेरी जावे बीत दी।
ਫੁੱਟੜੇ ਕੜੇ ਦਾ ਜਿਵੇਂ ਪਾਣੀ ਹੈ, ਔਦ ਤੇਰੀ ਜਾਵੇ ਬੀਤਦੀ। चेत न है तो चेत लै, दिन में प्राणी छिन छिन औध बिहात है। छिन छिन औध बिहात है, फूटे पानी हर गुण काहे न गावही। हर गुण काहे ना गावही, मूरख अज्ञाना झूठे लालच लाग के। झूठे लालच लाग के मैं मरण पछाना, अज हूँ कछ बिगड़ो नहीं। अज बिगड़ो नहीं, वो प्रभु गुण गावे, कहो नानक ते भजन ते। कहो नानक ते भजन ते, निर्भय पद पावे, चेत न है तो चेत लै। जुगो जुग अटल चबर तख्त दे मालक, गुरगद्दी ते विराजमान प्रतख सतगुरु, सारी ही दुनिया दे सांझे रहबर, दसां पातशाहियां दे आत्म ਸਰੂਪ श्री गुरु ग्रंथ साहिब जी ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਏ। ਕਲਗੀਧਰ ਜੀ ਵੱਲੋਂ ਬਖਸ਼ੀ ਹੋਈ ਗੁਰਫਤਿਹ ਸਾਂਝੀ ਕਰੋ। ਸਰਬੱਤ ਸੰਗਤ ਪਿਆਰ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਮਕਸਦ ਵਾਸਤੇ ਆਪਾਂ ਸਾਰੇ ਇੱਥੇ ਪਹੁੰਚੇ ਹਾਂ, ਉਹ ਮਕਸਦ ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਗੁਰਬਾਣੀ ਦੇ ਕਥਨ ਅਨੁਸਾਰ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ, ਮਨੋਂ ਵਿਸਾਰੀ ਹੈ। ਗੁਰਬਾਣੀ ਦੇ ਕਥਨ ਅਨੁਸਾਰ ਭਾਈ ਗੁਰਸੇਵਕ ਸਿੰਘ ਜੀ
ਆਪਣੀ ਜੀਵਨ ਦੀ ਯਾਤਰਾ ਨੂੰ ਪੂਰੀ ਕਰਦਿਆਂ ਹੋਇਆਂ ਇਸ ਸੰਸਾਰ ਤੋਂ ਸਦਾ ਵਾਸਤੇ ਚਲੇ ਗਏ ਨੇ। ਜਿਨ੍ਹਾਂ ਦੀ ਦੁਬਾਰਾ ਸੰਸਾਰ ਵਿੱਚ ਆਉਣ ਦੀ ਕੋਈ ਉਮੀਦ ਨਹੀਂ ਹੈ, ਉਹਨਾਂ ਦੇ ਨਿਮਿਤ ਉਹਨਾਂ ਦੀ ਅੰਤਮ ਅਰਦਾਸ ਦੇ ਸੰਬੰਧ ਵਿੱਚ ਵਿਛੜੀ ਰੂਹ ਦੀ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੀ ਸੰਗਤ, ਰਿਸ਼ਤੇਦਾਰ, ਸੰਬੰਧੀ, ਪਰਿਵਾਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਇਕੱਤਰ ਹੋਈਆਂ ਹਨ। ਕਿਉਂਕਿ ਜਦੋਂ ਰਲ ਮਿਲ ਕੇ ਅਰਦਾਸ ਬੇਨਤੀ ਕੀਤੀ ਜਾਵੇਗੀ, ਸਤਿਗੁਰੂ ਜੀ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ਣਗੇ। ਸੰਗਤ ਦੀ ਅਰਦਾਸ ਵਿੱਚ ਤਾਕਤ ਹੁੰਦੀ ਹੈ। ਇਸ ਕਰਕੇ ਜਿੱਥੇ ਦੁੱਖ ਸਾਂਝਾ ਕਰਨ ਵਾਸਤੇ ਸਾਰੇ ਪਰਿਵਾਰ ਦੇ ਨਾਲ ਮਿਲ ਕੇ ਪਹੁੰਚੇ ਨੇ, ਉੱਥੇ ਆਪਾਂ ਗੁਰੂ ਚਰਨਾਂ ਵਿੱਚ ਵਿਛੜੀ ਰੂਹ ਦੇ ਨਿਮਿਤ ਅਰਦਾਸ ਵੀ ਕਰਨੀ ਹੈ। ਤੇ ਜੇ ਅਗਲਾ ਜਿਹੜਾ ਬਚਨ ਹੈ ਤੀਸਰਾ, ਉਹ ਆਪਾਂ ਆਪਣੇ ਵਾਸਤੇ ਵੀ ਗੁਰੂ ਚਰਨਾਂ 'ਚ ਅਰਦਾਸ ਕਰਨੀ, ਮਹਾਰਾਜ ਜੀ ਸਾਨੂੰ ਐਸੀ ਸਮੱਤ ਦਿਓ ਕਿ ਅਸੀਂ ਜੀਵਨ ਕਾਲ ਦੇ ਵਿੱਚ ਚੰਗੇ ਅਮਲ ਖੱਟ ਕੇ ਚੰਗੇ ਗੁਣਾਂ ਦੇ ਧਾਰਨੀ ਬਣ ਕੇ ਸੰਸਾਰ ਤੋਂ ਜਾਈਏ। ਕਿਉਂਕਿ ਜਾਣਾ ਤਾਂ ਸਾਰਿਆਂ ਨੇ ਹੀ ਹੈ, ਇੱਥੇ ਰਹਿਣਾ ਥੋੜਾ ਕਿਸੇ ਨੇ, ਸਾਰਿਆਂ ਨੇ ਹੀ ਜਾਣਾ ਹੈ। ਜਿੰਨੇ ਕੁ ਸਵਾਸ ਸਾਡੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਾਨੂੰ ਬਖਸ਼ਿਸ਼ ਹੁੰਦੇ ਨੇ, ਆਪਾਂ ਉਨੇ ਕੁ ਸਵਾਸ ਪੂਰੇ ਕਰਕੇ ਸੰਸਾਰ ਤੋਂ ਚਲੇ ਜਾਂਦੇ ਹਾਂ। ਮਨੁੱਖ ਨੇ ਸਾਧ ਸੰਗਤ ਜੀ ਆਪਣੀ ਜੀਵਨ ਯਾਤਰਾ ਨੂੰ ਬਹੁਤ ਲੰਮੇਰਾ ਚਿਤਵਿਆ ਹੋਇਆ ਹੈ, ਆਪਣੇ ਅੰਦਰ ਹੀ ਅੰਦਰ ਬਣਾਇਆ ਹੋਇਆ ਵੀ ਮੇਰੀ ਜੀਵਨ ਯਾਤਰਾ ਬਹੁਤ ਵੱਡੀ ਹੈ। ਇਹ ਸਾਡੇ ਹੀ ਫੁਰਨੇ ਹਨ, ਇਹ ਸਾਡੇ ਮਨ ਦੇ ਹੀ ਫੁਰਨੇ ਨੇ ਕਿ ਸਾਡਾ ਜਿਹੜਾ ਜੀਵਨ ਹੈ ਬਹੁਤ ਵੱਡਾ ਹੈ। ਕਿਸੇ ਨੂੰ ਵੀ ਪੁੱਛ ਕੇ ਵੇਖ ਲਓ, ਹਰੇਕ ਬੰਦਾ ਕਹਿੰਦਾ ਵੀ ਮੈਂ ਤਾਂ ਹਾਲੇ ਬਹੁਤ ਜਿਉਣਾ ਹੈ। ਇਹੀ ਨਹੀਂ ਕਹਿੰਦਾ ਵੀ ਮੈਂ ਬਹੁਤ ਜਿਉਣਾ, ਇਹ ਵੀ ਕਈ ਕਹਿ ਦਿੰਦੇ ਨੇ ਵੀ ਅਸੀਂ ਤਾਂ ਮਰਨਾ ਹੀ ਨਹੀਂ ਹੈ। ਕਿਉਂਕਿ ਮੌਤ ਜਿਹੜੀ ਹੈ ਇਹ ਸਾਧ ਸੰਗਤ ਜੀ ਅੱਜ ਦੇ ਸਮੇਂ 'ਚ ਆਪਾਂ ਸਾਰਿਆਂ ਨੂੰ ਭੁੱਲੀ ਹੋਈ ਹੈ। ਕਿਸੇ ਬੰਦੇ ਕੋਲ ਮੌਤ ਦੀ ਗੱਲ ਕਰਕੇ ਵੇਖ ਲਿਓ, ਆਪਾਂ ਉਹਨੂੰ ਫਟ ਕਹਿ ਦੇਵਾਂਗੇ ਵੀ ਤੂੰ ਕੀ ਗੱਲਾਂ ਛੇੜੀ ਬੈਠਾ ਹੈ, ਕੋਈ ਹੋਰ ਚੱਜ ਦੀ ਗੱਲ ਕਰ ਲੈ। ਮੌਤ ਦੀ ਗੱਲ ਨਾ ਕੋਈ ਕਰਕੇ ਰਾਜੀ ਹੈ, ਮੌਤ ਦੀ ਗੱਲ ਨਾ ਕੋਈ ਸੁਣ ਕੇ ਰਾਜੀ ਹੈ। ਆਪਾਂ ਕਹਾਂਗੇ ਕੀ ਮੌਤ ਲਾਈ ਹੈ, ਹਲੇ ਤਾਂ ਬਹੁਤ ਕੁਝ ਕਰਨਾ ਹੈ, ਹਲੇ ਤਾਂ ਜੀਵਨ ਵਿੱਚ ਬਹੁਤ ਕੁਝ ਕਰਨਾ ਹੈ, ਹਲੇ ਕਿੱਥੇ ਮਰਨਾ ਹੈ ਆਪਾਂ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਮੌਤ ਹੈ ਹਰ ਇੱਕ ਮਨੁੱਖ ਨੂੰ ਆਉਣੀ, ਜੋ ਉਪਜਿਓ ਸੋ ਬਿਨਸ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਪੁੱਛੋ, ਸੱਚੇ ਪਾਤਸ਼ਾਹ ਜੀ ਦੁਨੀਆ ਵਿੱਚ ਦਿਸਣ ਵਾਲੀ ਹਰ ਚੀਜ਼ ਖਤਮ ਹੋ ਜਾਵੇਗੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ। ਸਤਿਗੁਰੂ ਕਹਿੰਦੇ ਜਿਹੜੀ ਚੀਜ਼ ਪੈਦਾ ਹੋਈ ਹੈ ਉਹਨੇ ਅਵਸ਼ ਹੀ ਖਤਮ ਹੋਣਾ ਹੈ। ਜਿਹੜੀ ਚੀਜ਼ ਪੈਦਾ ਹੋਈ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਕੋਈ ਚੀਜ਼ ਅੱਜ ਖਤਮ ਹੋ ਜਾਵੇਗੀ, ਕੋਈ ਚੀਜ਼ ਕੱਲ ਨੂੰ ਖਤਮ ਹੋ ਜਾਵੇਗੀ, ਪਰੋ ਆਜ ਕੇ ਕਾਲ। ਫਿਰ ਸਿੱਖ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਕੀ ਕਰੀਏ? ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਸ ਤਰ੍ਹਾਂ ਬਚਨ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ। ਨਾਨਕ ਹਰ ਗੁਣ ਗਾਏ ਲੈ, ਨਾਨਕ ਹਰ ਗੁਣ ਗਾਏ ਲੈ, ਨਾਨਕ ਹਰ ਗੁਣ ਗਾਏ ਲੈ, ਨਾਨਕ ਹਰ ਗੁਣ ਗਾਏ ਲੈ।
ਛਾੜ ਸੰਗਲ ਜੰਜਾਲ, ਨਾਨਕ ਹਰ ਗੁਣ ਗਾਏ ਲੈ, ਨਾਨਕ ਹਰ ਗੁਣ ਗਾਏ ਲੈ। ਜੋ ਭਜਿਓ ਸੋ ਬੇਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰਿ ਗੁਣ ਗਾਏ ਲੈ, ਛਾੜ ਸਕਲ ਜੰਜਾਲ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਿਹੜਾ ਪੈਦਾ ਹੋਇਆ ਹੈ ਉਹਨੇ ਖਤਮ ਹੋਣਾ ਹੈ। ਸੱਚੇ ਪਾਤਸ਼ਾਹ ਜੀ ਅਸੀਂ ਕੀ ਕਰੀਏ? ਸਤਿਗੁਰੂ ਕਹਿੰਦੇ ਨਾਨਕ ਹਰ ਗੁਣ ਗਾਏ ਲੈ। ਕਹਿੰਦੇ ਹੇ ਭਾਈ ਤੂੰ ਪਰਮੇਸ਼ਰ ਦੇ ਗੁਣ ਗਾ, ਜਿਹਨੇ ਤੈਨੂੰ ਪੈਦਾ ਕੀਤਾ, ਜਿਹਨੇ ਤੈਨੂੰ ਸੰਸਾਰ ਵਿੱਚ ਲਿਆਂਦਾ, ਜਿਹਨੇ ਤੈਨੂੰ ਗਿਆਨ ਇੰਦਰੇ ਦਿੱਤੇ, ਜਿਹਨੇ ਤੈਨੂੰ ਕਰਮ ਇੰਦਰੇ ਦਿੱਤੇ, ਜਿਹੜਾ ਤੇਰੇ ਸਾਹ ਚਲਾ ਰਿਹਾ ਹੈ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਇੱਥੇ ਹੀ ਬਸ ਨਹੀਂ। ਜਿਨ ਮਨ ਰਾਖਿਆ ਅਗਨੀ ਪਾਏ, ਜਿਨੇ ਮਾਂ ਦੇ ਉਦਰ ਵਿੱਚ ਬਚਾਇਆ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜਿਹਦੀ ਕਿਰਪਾ ਦੇ ਨਾਲ ਪਾਉਣ ਦਾ ਵਾਜਾ ਤੇਰੇ ਅੰਦਰ ਵੱਜ ਰਿਹਾ ਹੈ, ਜਿਹਦੇ ਨਾਲ ਤੂੰ ਵੇਖਦਾ, ਸੁਣਦਾ, ਬੋਲਦਾ, ਚੱਲਦਾ, ਹਰ ਇੱਕ ਐਕਟੀਵਿਟੀ ਕਰਦਾ, ਹਰ ਇੱਕ ਹਰਕਤ ਕਰਦਾ। ਐਸੇ ਪਰਮੇਸ਼ਰ ਨੂੰ ਯਾਦ ਕਰ, ਉਹਦੇ ਗੁਣ ਗਾ। ਫਾਲਤੂ ਦੇ ਜੰਜਾਲਾਂ ਨੂੰ ਛੱਡ ਕੇ, ਭਰਮਾਂ ਨੂੰ ਛੱਡ ਕੇ, ਭੁਲੇਖਿਆਂ ਨੂੰ ਛੱਡ ਕੇ, ਵਹਿਮਾਂ ਨੂੰ ਛੱਡ ਕੇ ਤੂੰ ਜੇਕਰ ਕਰਨਾ ਤੇ ਪਰਮੇਸ਼ਰ ਦੇ ਗੁਣਾਂ ਦੀ ਸ਼ਲਾਘਾ ਕਰ। ਉਸ ਪਰਮੇਸ਼ਰ ਦੇ ਜਿਹਨੇ ਤੈਨੂੰ ਸੰਸਾਰ ਦਾ ਮੂੰਹ ਵਿਖਾਇਆ ਹੈ। ਅਨੇਕਾਂ ਬਚਨ ਆਉਂਦੇ ਨੇ, ਜਿਨ੍ਹਾਂ ਬਚਨਾਂ ਵਿੱਚ ਗੁਰੂ ਸਾਹਿਬ ਜੀ ਨੇ ਦ੍ਰਿੜ ਕਰਵਾਇਆ ਮਨੁੱਖ ਨੂੰ ਕਿ ਭਾਈ ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਤੇਰੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈ। ਕਿੰਨੇ ਪਾਣੀ ਤੋਂ ਬੁਲਬੁਲੇ ਪੈਦਾ ਹੁੰਦੇ, ਰੋਜ਼ ਬਣਦੇ, ਰੋਜ਼ ਫੁੱਟਦੇ। ਐਸੇ ਤਰ੍ਹਾਂ ਸੰਸਾਰ ਦੀ ਰਚਨਾ ਹੈ, ਜਗ ਰਚਨਾ ਤੈਸੇ ਰਚੀ। ਸੰਸਾਰ ਦੀ ਰਚਨਾ ਵੀ ਪ੍ਰਮਾਤਮਾ ਨੇ ਐਸੀ ਹੀ ਬਣਾਈ ਹੈ, ਜਿਵੇਂ ਪਾਣੀ ਤੋਂ ਅਨੇਕਾਂ ਗੁਬਾਰੇ ਬੁਲਬੁਲੇ ਬਣ ਕੇ ਅਨੇਕਾਂ ਫੇਰ ਰੋਜ਼ ਹੀ ਦੀ ਰੋਜ਼ ਫੁੱਟ ਜਾਂਦੇ ਨੇ। ਇਸ ਤਰ੍ਹਾਂ ਪਤਾ ਨਹੀਂ ਇੱਕ ਛਿਨ ਵਿੱਚ, ਇੱਕ ਦਿਨ ਦੀ ਗੱਲ ਵੀ ਬਹੁਤ ਵੱਡੀ ਹੈ ਜੇ ਆਪਾਂ ਕਹੀਏ, ਇੱਕ ਛਿਨ ਵਿੱਚ, ਇੱਕ ਪਲ ਵਿੱਚ, ਇੱਕ ਸੈਕਿੰਡ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਮਨੁੱਖ ਜੰਮਦੇ ਨੇ ਤੇ ਕਿੰਨੇ ਕੁ ਮਨੁੱਖ ਮਰਦੇ ਨੇ। ਆਖੋ ਸਤਨਾਮ ਸ਼੍ਰੀ। ਪਤਾ ਥੋੜਾ ਜਦੋਂ ਅੰਕੜੇ ਆਪਾਂ ਗਿਣਾਂਗੇ ਫਿਰ ਪਤਾ ਲੱਗੂਗਾ ਵੀ ਕਿੰਨੇ। ਇੱਕ ਸਕਿੰਟ ਦੇ ਵਿੱਚ, ਬਹੁਤਾ ਲੰਬਾ ਚੌੜਾ ਸਮਾਂ ਨਹੀਂ। ਅਕਾਲ ਪੁਰਖ ਕਈਆਂ ਨੂੰ ਹਿਰਦਾ ਹੈ, ਕਈਆਂ ਨੂੰ ਬਣਾਉਂਦਾ ਹੈ। ਇਹ ਪ੍ਰਕਿਰਿਆ ਹੈ, ਕੁਦਰਤ ਦਾ ਨਿਯਮ ਹੈ। ਨਵੇਂ ਪੈਦਾ ਤਾਂ ਹੋਣਗੇ ਜੇ ਪੁਰਾਣੇ ਜਾਣਗੇ। ਹੁਣ ਜੇ ਆਪਾਂ ਆਪਣਾ ਪੁਰਾਣਾ ਘਰ ਢਾਵਾਂਗੇ ਤਾਂ ਹੀ ਨਵਾਂ ਬਣਾਵਾਂਗੇ ਨਾ। ਜੇ ਪੁਰਾਣਾ ਘਰ ਢਾਈ ਨਾ, ਨਵਾਂ ਕਿੱਥੋਂ ਬਣੂ? ਕਈ ਵਾਰ ਨਵੇਂ ਵੀ ਢਾਉਣੇ ਪੈ ਜਾਂਦੇ, ਨਵੇਂ ਬਣਾਏ ਵੀ ਢਾਣੇ ਪੈ ਜਾਂਦੇ ਕਈ ਵਾਰ। ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਸੰਸਾਰ 'ਚ। ਸੋ ਇਸ ਕਰਕੇ ਇਹ ਜਿਹੜਾ ਸੰਸਾਰ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਨੁਸਾਰ ਇਹ ਵੀ ਪਾਣੀ ਦੇ ਵਿੱਚ ਬਣੇ ਹੋਏ ਬੁਲਬੁਲਿਆਂ ਦੀ ਤਰ੍ਹਾਂ ਹੈ। ਅਨੇਕਾਂ ਜੀਵ ਬਣਦੇ ਨੇ, ਜਨਮ ਲੈਂਦੇ ਨੇ, ਅਨੇਕਾਂ ਜੀਵ ਫੁੱਟ ਜਾਂਦੇ, ਭਾਵ ਮਰ ਜਾਂਦੇ ਨੇ। ਜਿਵੇਂ ਭਾਈ ਗੁਰਸੇਵਕ ਹੋਣੀ ਇਹਨਾਂ ਦਾ ਹੋ ਗਿਆ। ਉਸ ਟਾਈਮ ਦੇ ਵਿੱਚ, ਉਸ ਸਮੇਂ ਦੇ ਵਿੱਚ ਅਨੇਕਾਂ ਨੇ ਜਨਮ ਵੀ ਲਿਆ ਹੋਵੇਗਾ। ਸਵਾਸ ਨੇ, ਗਿਣਤੀ ਹੈ ਉਹਨਾਂ ਦੀ, ਗਿਣਤੀ ਤੋਂ ਨਾ ਘੱਟ, ਗਿਣਤੀ ਤੋਂ ਨਾ ਵੱਧ। ਇਹ ਸਭ ਤੋਂ ਅਚਰਜ ਚੀਜ਼ ਪ੍ਰਮਾਤਮਾ ਦੀ ਹੈ ਵੀ ਜਿਹੜੇ ਸਾਹ ਪ੍ਰਮਾਤਮਾ ਨੇ ਮਨੁੱਖ ਦੇ ਅੰਦਰ ਪਾਏ ਨੇ, ਇਹਨਾਂ ਦੀ ਗਿਣਤੀ ਘੱਟ ਵੱਧ ਨਹੀਂ ਹੋ ਸਕਦੀ।
दुनिया की हर शै घट वध हो सकती है, पर सवास जेड़े ने ये साध संगत जी बस जिन्ने क ने उन्ने की होणगे। तुसीं डॉक्टर कोल जाओ, डॉक्टर नूं कहो भी मैं सारी जिंदगी दा कीता कमाया धन जेड़ा मैं तेरे कोल फड़ा देना, मेरा पुत्र कह लो धी कह लो जो भी है भी दे, इनू कुछ सवास पा दिओ, एक अद्धा ही सवास पा दिओ, कोई गल ही कर लवां इहदे नाल। मैं डॉक्टर हाथ जोड़ के कहेगा भावें सारी दुनिया की माया मेरे अगे रख दे, मैं एक सवास तां भी नहीं पा सकदा। कारण की है भी सवासां की जिहड़ी लिमिट है वो फिक्स है, उन्होंने कोई वधा नहीं सकता, उन्होंने कोई घटा नहीं सकता। हाँ परमेश्वर चाहे तो वधा सकता है, परमेश्वर चाहे वधा सकता, नहीं तो अदरवाइज कोई भी दुनिया का मनुख भावें कितना क भी वड्डा है, एक सवास भी जिहड़ा है वो मुरे बंदे विच मरे बंदे च नहीं पा सकता। इस चर्ज गल है। अखां बदल देंदे ने डॉक्टर, नॉर्मल हो गया सारा कुछ, दिमाग बाहर कढ़ के ना अपना साडा ब्रेन दिमाग नूं बाहर कढ़ के उहदा ट्रीटमेंट कढ़ करके फिर पा दिंदे उत्थे ही। आ जिहड़ा दिल साडा धड़कदा है इनू भी बाहर कढ़ दिंदे ने, दिल बाहर कढ़ के सारा शासन की ट्रीटमेंट करके दिल फेर विच पा दिंदे, किडनियां वो बदल दिंदे, लीवर चेंज हो जाता है, गोडे भी चेंज होने लग गए। किन्ने अंग ने मनुखी शरीर के जिहड़े डॉक्टर चेंज कर देंदे पा देंदे। अखां किसे दियां ने पा किसे नूं देणियां, गुरदे किसे दे ने पा किसे नूं देने, पर इक्को एक साह है, इक्को एक साह ने। डॉक्टरां दे हथ खड़े ने, साध संगत जी मरे बंदे च साह नहीं डॉक्टर पा सकदा, ये केवल ते केवल अकाल पुरख वाहिगुरू जी दे हथ वस है। आखो सतनाम श्री। जदों वो साह पूरे हो जाते है, जोत खिंचे ढै ढेरी होए, जदों अपनी जोत खिंच लैंदा है फिर मनुख ढेरी हो जाता है। आपां सूरज वेखदे हैं ना रोज़ चढ़दा, सारे वेखदे हैं बच्चे तो लैके बजुर्ग तक। सूरज जदों चढ़दा है ना, सूरज दे विचों किरणां पैदा होंदियां। आ जिहड़ा बाहर चानण दिस रहा आपां नूं, ये सूरज दीयां किरणां दी बदौलत है। सूरज जदों उदय हुंदा है उदों अपणियां किरणां जिहड़ियां ने वो प्रकृति दे विच फैलाउंदा है। सूरज दीयां किरणां जदों प्रकृति दे विच फैलदियां ने ना, फिर चानण हो जाता है, सारा कुछ दिसदा है। उही सूरज जदों शाम नूं ढलदा है ते अपणियां किरणां नूं वो सोख लैंदा है अपने च, वापस किरणां सूरज दियां सूरज वल नूं बैक हो जांदियां ने, मुड़ जांदियां ने। जदों कंप्लीटली जदों पूर्ण तौर पर जदों सूरज अपनियां किरणां नूं सोख लवे, फिर की हुंदा है जी, फिर हो जाता है हनेरा। उदों हनेरा हो जाता है, जदों हनेरा हो जाता है फिर कुछ भी नहीं दिसदा। इसे तरह जदों अकाल पुरख वाहिगुरू जी की शक्ति, जदों अकाल पुरख वाहिगुरू जी की सता किसे बंदे दे विच साध संगत जी आउंदी है, उदों उस मनुख दियां अखां देखदियां, कन्न सुनदे, जीभ बोलदी, हथ पैर चलदे ने, बुद्धि काम करदी है, हर एक चीज़। ते जदों ही अकाल पुरख वाहिगुरू अपनी शक्ति नूं, अपनी सता नूं खिच लैंदा है, उदों ही साध संगत जी मनुख दे जीवन च हनेरा हो जाता है। भाव वो मनुख दा शरीर ही रह जाता है, बाकी कुछ नहीं रहिंदा। आखो सतनाम श्री।
कुछ नहीं रहिंदा, साडे सामने पिया हुंदा। ना वो बोलदा, ना वो वेखदा, ना वो सुनदा। गल की हो गई भी परमेश्वर वाहिगुरु जी ने अपनी सता जिहड़ी है वो खिच लई है। ये अकाल पुरख की दिती सता शक्ति एनर्जी जिहड़ी रोज दी रोज घटती जा रही, सवासां दे खपत हुंदियां ये घटती जा रही है, बीतती जा रही है। रोज दे 24,000 सवास साडे साध संगत जी लॉस हुंदे जा रहे ने, खत्म हुंदे जा रहे ने। पता किसी नूं आपां नूं? जेकर साह नूं याद कीता होवे तां पता लगूगा ना। माया दिसदी है भी जेब च पई है 1000 रुपया, 100 का समान खरीद लिया तो 900 रह गए। 1000 चों 100 का समान खरीद लिया, पता लगता है ना भी 900 रह गए। सवासां दा चेते कुछ नहीं आपां नूं, क्यों मुफ्त च मिले हुए ना सानू। जिहड़ी चीज़ मुफ्त विच मिली होवे उहदी कदर नहीं करता मनुख। साह सानू अकाल पुरख वाहिगुरु जी वल्लों मुफ्त मिले हुए है, दात वजों मिले हुए है। इन्हां साहां दी कदर कीमत कोई संसार दा विरला ही मनुखा जिहड़ा जाणदा है। जिन्हों साहां दी कदर कीमत पता लग गई वो साहां नूं संभालेगा। किवें संभालेगा? बाणी ने इउं कहा है, दम ना बिरथा जाए जी, दम दम सदा संभालदा, दम दम सदा संभालदा। दम ना बिरथा जाए, दम दम सदा संभालदा, दम दम सदा संभालदा। दम दम सदा संभालदा, दम दम सदा संभालदा। दम ना बिरथा जाए, दम दम सदा संभालदा। गुरमुख दम दम सदा संभालदा। जिन्हों साहां दी कदर कीमत पता लग गई वो गुरमुख प्यारा हर साध संगत जी दम करके साह संभालेगा। वो अपने साहां नूं उत्थे खर्चेगा जिथे कोई साध संगत जी प्रॉफिट होवेगा, जिथे लाभ होवेगा। असीं की करदे अपने साहां नूं असीं उत्थे लाया होया जिथे घाटा ही घाटा, घाटा ही घाटा। निंदिया करके, चुगलियां करके, माड़े बचन बोल के, भैड़े कर्मां दे विच आपां अपने साह खत्म कर लए। वो साध संगत जी असीं कौड़ियां दे भाव वेचते। हीरे जैसा जन्म है कौड़ी बदले जाए। हीरियां वर्गा अमोलक जन्म साहां दे नाल मिलिया। इन्हां साहां नूं साध संगत जी गलत जगह यूज करके, गलत जगह लगा के असीं की कीता, इन्हां साहां नूं खत्म कर लिया। जिवें कोई मनुख अपनी जिंदगी की धन कमाई शराब पीण ते ला दे, उहदे भांडे भी विक जाते ने। वेखे नहीं आपां, उन्हां दे घरां च कख भी नहीं रहिंदा। उन्होंने अपनी जिंदगी की कमाई गलत पासे ला दी। जिंदगी की कीती कमाई जूए च ला दिओ, सट्टे ते ला दिओ,
ਜੂਏ ਚ ਲਾ ਕੇ ਸੱਟਿਆਂ ਤੇ ਲਾ ਕੇ ਕੰਗਾਲ ਹੁੰਦੇ ਵੇਖੇ ਨਹੀਂ ਤੁਸੀਂ? ਕੱਖ ਵੀ ਨਹੀਂ ਰਹਿੰਦਾ ਉਹਨਾਂ ਕੋਲ। ਚਲੇ ਜਵਾਰੀ ਦੋਏ ਹੱਥ ਝਾੜ, ਜਿਵੇਂ ਜਵਾਰੀ ਆਪਣੇ ਦੋਵੇਂ ਹੱਥ ਝਾੜ ਕੇ ਚਲਾ ਜਾਂਦਾ ਵੀ ਰਹਿੰਦਾ ਹੀ ਕੁਛ ਨਹੀਂ ਜਦੋਂ, ਉਵੇਂ ਮਨਮੁਖ ਦੀ ਸਥਿਤੀ ਦੱਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਤਾਂ ਆਪੇ ਆਪਣੇ ਸਾਹਾਂ ਨੂੰ ਸਫਲ ਕਰਦੇ, ਪਰ ਉਪਕਾਰ ਕਰਤੇ ਕਰਕੇ ਭਲਾਈ ਕਰਕੇ ਚੰਗੇ ਗੁਣ ਖੱਟ ਕੇ ਆਪਣੇ ਸਾਹਾਂ ਨੂੰ ਲੇਖੇ ਚਲਾਉਂਦੇ ਗੁਰਮੁਖ। ਮਨਮੁਖ ਕੀ ਕਰਦੇ ਨੇ? ਉਹ ਆਪਣੇ ਉਹਨਾਂ ਸਾਹਾਂ ਨੂੰ, ਹੈ ਉਹਨਾਂ ਦੇ ਵੀ ਉਹੀ ਹੈ, ਉਹਨਾਂ ਦੇ ਵੀ ਉਹੀ ਹੈ, ਕੋਈ ਫਰਕ ਨਹੀਂ, ਸਾਹ ਇੱਕੋ ਹੀ ਨੇ। ਇੱਕ ਨੇ ਮਾੜੇ ਪਾਸੇ ਲਾ ਦਿੱਤੇ, ਸਫਲ ਕਰ ਲਏ, ਇੱਕ ਨੇ ਮਾੜੇ ਪਾਸੇ ਲਾ ਕੇ ਖਤਮ ਕਰ ਲਏ, ਇੱਕ ਨੇ ਚੰਗੇ ਪਾਸੇ ਲਾ ਕੇ ਸਫਲ ਕਰ ਲਏ। ਇੱਕ ਨੇ ਧਨ ਦੌਲਤ ਨੂੰ, ਸਾਧ ਸੰਗਤ ਜੀ, ਸ਼ਰਾਬਾਂ ਵਿੱਚ, ਨਸ਼ਿਆਂ ਵਿੱਚ, ਜੂਏਬਾਜੀ ਵਿੱਚ, ਸੱਟਿਆਂ 'ਚ ਲਾ ਕੇ ਖਤਮ ਕਰ ਲਿਆ। ਪਿੱਛੇ ਕੀ ਬਚਿਆ? ਕੱਖ ਵੀ ਨਹੀਂ ਬਚਿਆ। ਪਰ ਜਿਨ੍ਹਾਂ ਨੇ ਸਾਧ ਸੰਗਤ ਦੀ ਸਵਾਸਾਂ ਦੀ ਕਦਰ ਜਾਣੀ ਵੀ ਇਹ ਤਾਂ ਬੜੇ ਮਹਿੰਗੇ ਹੈ, ਸਾਰੀ ਜ਼ਿੰਦਗੀ ਦੀ ਕਮਾਈ ਦੇਖ ਕੇ ਇੱਕ ਸਾਹ ਨਹੀਂ ਮਿਲਦਾ। ਜਿਹੜੇ ਬੰਦੇ ਨੇ ਹੱਡ ਪਸੀਨੇ ਦੀ ਕਮਾਈ ਕੀਤੀ ਹੋਵੇਗਾ ਨਾ, ਉਹ ਬੰਦਾ ਸਾਧ ਸੰਗਤ ਦੀ 10 ਰੁਪਏ ਖਰਚਣ ਲੱਗਿਆ ਵੀ ਨਾ, ਵੇਖ ਕੇ ਖਰਚੇਗਾ ਇਹ ਮੇਰੀ ਮਿਹਨਤ ਦੀ ਕਮਾਈ ਹੈ। 10 ਰੁਪਏ ਜੇ ਮੈਂ ਕਿਤੇ ਲਾਏ ਤੇ ਚੰਗੀ ਜਗ੍ਹਾ ਲਾਵਾਂਗਾ। ਤੇ ਜਿਹਨੂੰ ਸਾਧ ਸੰਗਤ ਜੀ 2 ਨੰਬਰ 'ਚ ਮਿਲ ਗਏ, ਉਹਨੇ ਫਿਰ 2 ਨੰਬਰ 'ਚ ਹੀ ਲਾਉਣੇ ਨੇ, ਉਹਨੂੰ ਕਦਰ ਹੀ ਨਹੀਂ ਪਤਾ। ਇਸ ਕਰਕੇ ਸਾਹ ਬੜੇ ਕੀਮਤੀ, ਇਹਨਾਂ ਸਾਹਾਂ ਨੂੰ ਬਚਾ ਲਓ। ਕਿਵੇਂ ਬਚਣਗੇ? ਕਿਤੇ ਚੰਗੇ ਪਾਸੇ ਲਾ ਕੇ। ਔਦ ਘਟੈ ਦਿਨ ਸਰੈਣ ਆਰੇ, ਮਨ ਗੁਰ ਮਿਲ ਕਾਜ ਸਵਾਰੇ। ਇਸ ਤਰ੍ਹਾਂ ਸਫਲ ਹੋਣਗੇ। ਇਹਨਾਂ ਸਾਹਾਂ ਨੂੰ ਸਾਧ ਸੰਗਤ ਜੀ, ਇਹਨਾਂ ਦੀ ਸੰਭਾਲ ਕਰਕੇ ਇਹਨਾਂ ਨੂੰ ਚੰਗੇ ਪਾਸੇ ਲਾਈਏ। ਸਾਡਾ ਕੋਈ ਵੀ ਸਾਹ ਕਿਤੇ ਵਿਅਰਥ ਨਾ ਚਲਾ ਜਾਵੇ। ਕੋਈ ਵੀ ਸਾਹ, ਜਿਵੇਂ ਕੋਈ ਦਿਹਾੜੀ ਕਰਨ ਵਾਲਾ, ਉਹਦੇ ਮਨ ਵਿੱਚ ਇਹੀ ਹੁੰਦਾ ਵੀ ਮੇਰੀ ਕੋਈ ਦਿਹਾੜੀ ਛੁੱਟ ਨਾ ਜਾਵੇ। ਜੇ ਮੇਰੀ ਇੱਕ ਦਿਹਾੜੀ ਛੁੱਟ ਗਈ ਤੇ ਮੈਨੂੰ 10 ਦਿਨ ਦਾ ਘਾਟਾ ਪੈ ਜਾਏਗਾ। ਤੇ ਜਿਹੜੇ ਮਨੁੱਖ ਦੇ 24,000 ਦੇ 24,000 ਰੋਜ਼ ਖਤਮ ਹੁੰਦੇ ਜਾ ਰਹੇ, 12,000 ਤਾਂ ਸੌਂ ਕੇ ਹੀ ਖਤਮ ਕਰ ਦਿੰਦੇ ਆ ਆਪਾਂ। ਸੌਂ ਕੇ 10-12,000 ਸੌਂ ਕੇ ਖਤਮ ਹੋ ਗਏ ਸਾਡੇ ਸਾਹ। ਉਹਦੇ ਵਿੱਚ ਕੁਝ ਕੀਤਾ ਤਾਂ ਥੋੜਾ ਹੈ। ਤੇ ਜਿਹੜੇ ਬਾਕੀ 12,000 ਬਚੇ, ਉਹ ਆਪਾਂ ਨੂੰ ਪਤਾ ਵੀ ਆਪਾਂ ਕਿਵੇਂ ਲਗਾਉਨੇ ਆ। ਜਿਹੜੇ 12,000 ਦਿਨ ਦੇ ਬਚਦੇ ਆ ਨਾ, ਉਹ ਤਾਂ ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਾਸਮ ਵਿਸਾਰ ਖੁਆਰੀ ਕੀਨੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤ੍ਰਿਗ ਜੀਵਨ ਨਹੀਂ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੱਧੇ ਤੇਰੇ ਰਾਤ ਨੂੰ ਸੌਂ ਕੇ ਖਤਮ ਹੋ ਗਏ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਅੱਧੇ ਸੌਂ ਕੇ ਗੁਜ਼ਾਰਤੇ, ਅੱਧੇ ਖਾ ਪੀ ਕੇ ਹੰਢਾ ਕੇ ਗਵਾ ਦਿੱਤੇ। ਇਹ ਸਾਨੂੰ ਪਤਾ ਵੀ ਸਾਡੇ 24 ਦੇ 24,000 ਸਵਾਸ ਜਾਂਦੇ ਤੇ ਜਾਂਦੇ ਕਿੱਥੇ ਹੈ। ਸਤਿਗੁਰੂ ਕਹਿੰਦੇ ਇਉਂ ਨਾ ਜਾਣੀ ਵੀ ਮੈਨੂੰ ਬਹੁਤ ਲਾਭ ਹੋ ਰਿਹਾ ਜ਼ਿੰਦਗੀ 'ਚ, ਜੀਵਨ 'ਚ, ਮੈਂ ਆਹ ਬਣਾ ਲਿਆ, ਮੈਂ ਉਹ ਬਣਾ ਲਿਆ, ਮੈਂ ਮਹਿਲ ਮਾੜੀਆਂ ਬਣਾ ਲਈਆਂ ਨੇ, ਜ਼ਮੀਨਾਂ ਬਣਾ ਲਈਆਂ ਨੇ, ਮੈਂ ਸਾਰਾ ਕੁਝ ਬਣਾ ਲਿਆ ਵੀ ਮੈਂ ਬਹੁਤ ਲਾਭ ਖੱਟ ਲਿਆ। ਸਤਿਗੁਰੂ ਕਹਿੰਦੇ ਇਉਂ ਨਾ ਜਾਣੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ, ਉਹਦੀ ਯਾਦ ਤੋਂ ਬਗੈਰ, ਜਿਹੜੇ ਸਾਹ ਤੇਰੇ ਰਾਤ ਨੂੰ ਅੱਧੇ ਸੌਂ ਕੇ ਗੁਜ਼ਰ ਗਏ, ਅੱਧੇ ਖਾ ਪੀ ਕੇ ਹੰਢਾ ਕੇ ਗੁਜ਼ਰ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਖੂਹ ਖਾਤੇ ਹੀ ਜਾਣਦੇ ਨੇ। ਤੇ ਜਿਹੜੇ ਇਹ ਖੂਹ ਖਾਤੇ ਗਏ ਸਾਹ ਨੇ ਨਾ, ਇਹਨਾਂ ਗਏ ਹੋਏ ਸਾਹਾਂ ਦਾ ਘਾਟਾ ਬਹੁਤ ਵੱਡਾ ਪੈ ਰਿਹਾ ਤੈਨੂੰ। ਇਸ ਤਰ੍ਹਾਂ ਗੁਰਬਾਣੀ ਨੇ ਕਿਹਾ,
ਘਾਟਾ ਪੈਂਦਾ ਹੈ ਵਪਾਰੀਆ ਤੈਨੂੰ, ਰੋਜ਼ ਦੇ ਹਜ਼ਾਰਾਂ ਦਾ ਪੈਂਦਾ ਹੈ ਵਪਾਰੀਆ ਤੈਨੂੰ, ਰੋਜ਼ ਦੇ ਹਜ਼ਾਰਾਂ ਦਾ। ਘਾਟਾ ਪੈਂਦਾ ਹੈ ਵਪਾਰੀਆ ਤੈਨੂੰ ਬਈ, ਵਪਾਰੀਆ ਤੈਨੂੰ, ਰੋਜ਼ ਦੇ ਹਜ਼ਾਰ ਸਾਹਾਂ ਦਾ ਘਾਟਾ ਪੈਂਦਾ ਹੈ ਵਪਾਰੀਆ ਤੈਨੂੰ, ਰੋਜ਼ ਦੇ ਹਜ਼ਾਰ ਸਾਹਾਂ ਦਾ। ਘਾਟਾ ਪੈਂਦਾ ਹੈ ਵਪਾਰੀਆ ਤੈਨੂੰ, ਘਾਟਾ ਪੈਂਦਾ ਹੈ ਵਪਾਰੀਆ ਤੈਨੂੰ ਬਈ, ਘਾਟਾ ਪੈਂਦਾ ਹੈ ਵਪਾਰੀਆ ਤੈਨੂੰ, ਵਪਾਰੀਆ ਤੈਨੂੰ, ਰੋਜ਼ ਦੇ ਹਜ਼ਾਰ ਸਾਹਾਂ ਦਾ ਘਾਟਾ ਪੈਂਦਾ ਹੈ ਵਪਾਰੀਆ, ਰੋਜ਼ ਦੇ ਹਜ਼ਾਰ ਸਾਹਾਂ ਦਾ। ਹਜ਼ਾਰਾਂ ਸਾਹਾਂ ਦਾ ਘਾਟਾ ਰੋਜ਼, ਜਿਸ ਵਪਾਰੀ ਨੂੰ ਸਾਧ ਸੰਗਤ ਜੀ ਰੋਜ਼ ਹਜ਼ਾਰਾਂ ਦਾ ਘਾਟਾ ਪੈਣ ਲੱਗ ਜਾਵੇ, ਉਹਦੀ ਹਾਲਤ ਵੇਖ ਲਓ ਕੀ ਹੋ ਜਾਊਗੀ। ਰੋਜ਼ ਦੀ ਰੋਜ਼ ਹਜ਼ਾਰਾਂ ਦਾ ਘਾਟਾ ਜਿਸ ਬੰਦੇ ਨੂੰ ਪੈਣ ਲੱਗ ਗਿਆ ਦੁਨਿਆਵੀ ਧਨ ਦੇ ਵਿੱਚੋਂ, ਉਹ ਤਾਂ ਕੰਗਾਲ ਹੋ ਜੂ। ਐਸੇ ਤਰ੍ਹਾਂ ਸਾਡੀ ਮਨੁੱਖਾਂ ਦੀ ਹਾਲਤ ਬਣੀ ਪਈ ਹੈ, ਨਾਮ ਤੋਂ ਬਗੈਰ, ਪਰਮੇਸ਼ਰ ਦੇ ਭਜਨ ਤੋਂ ਬਗੈਰ, ਉਹਦੀ ਯਾਦ ਵਿੱਚ ਨਾ ਸਮਾਂ ਲਾਉਣ ਉਹਦੇ ਕਰਕੇ ਸਾਨੂੰ ਹਜ਼ਾਰਾਂ ਸਾਹਾਂ ਦਾ ਘਾਟਾ ਰੋਜ਼ ਸਹਿਣਾ ਪੈ ਰਿਹਾ। ਇਹ ਰੋਜ਼ ਦੀ ਰੋਜ਼, ਰੋਜ਼ ਦੀ ਰੋਜ਼ ਜਦੋਂ ਹਜ਼ਾਰ ਦੇ ਹਜ਼ਾਰ ਪਲੱਸ ਹੁੰਦੇ ਜਾਣਗੇ, ਜੁੜਦੇ ਜਾਣਗੇ, ਇੱਕ ਦਿਨ ਉਹ ਆਉਣਾ ਸਾਡੇ ਸਾਰੇ ਦੇ ਸਾਰੇ ਸਵਾਸ ਕੌਡੀਆਂ ਦੇ ਭਾਗ ਖਤਮ ਹੋ ਜਾਣਗੇ। ਆਖੋ ਸਤਨਾਮ। ਸਾਹਾਂ ਨੂੰ ਸਫਲ ਕਰਨਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਘਰ 'ਚ ਉਪਦੇਸ਼ ਦੇ ਰਹੇ ਨੇ। ਬੜੀ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਂਦੀ ਹੈ। ਜਿਨ੍ਹਾਂ ਜ਼ਿੰਦਗੀ ਦਾ ਰਾਹ ਲੈਣਾ ਹੋਵੇ ਉਹ ਕਿਸੇ ਕੋਲ ਜਾਂਦਾ ਹੈ। ਜਿਵੇਂ ਕੁਝ ਸਿੱਖਣਾ ਹੋਵੇ ਤੇ ਜਾਣਾ ਪਊਗਾ ਨਾ ਉਹਦੇ ਕੋਲ, ਉਹਦੀ ਗੱਲ ਵੀ ਮੰਨਣੀ ਪਵੇਗੀ।
इवें जिंदगी का राह लैण वास्ते गुरु की लोड़ है। जे 100 चंदा उगवै है, सूरज चढ़े 1000 इत्ते चानण होंदियां, गुर बिन घोर अंधार। जेकर जीवन नूं सही बनाउणा है, जेकर जीवन नूं शिंगारना है, जेकर जीवन विच वडियाई खटनी है, जेकर आपां चाहुंदे आ ना भी सानूं सारे चंगा कहण, साडी वडियाई होवे, फिर सानू गुरु कोल जाना पवेगा। सानू गुरु कोल जाके जीवन जांच लैनी पवेगी। असी मरदे उत्थे आ जदों असी जीवन जांच गुरु कोलों नहीं लैंदे, अपनियां मनमर्जियां करदे हाँ। फिर असी खाने आ धक्के, ठेडे खाने आ, रोने आ, कुरलाउने आ। जेड़ा गुरु का सिख गुरु कोल जांदा है, वो गुरु कोलों जीवन का राह लै लैंदा है। उन्होंने निशाना मिल जाता, टारगेट मिल जाता है। जिन्हों हले निशाना ही नहीं लभ्या वो की करूगा। आ तुहाडे बच्चे ने, इन्हों पुछ लो, भावें 12वीं करते ने। बहुतात बच्चे जेड़े +2 करते ने, 12वीं करते ने, उन्होंने तुसी पुछो भी तू 12वीं करके की करना है, उहदा जवाब पता की होगा? वो कहूगा पता नहीं। 12वीं कर ली पर हले तक उन्हें डिसाइड नहीं किया कि मैं अगे करना की है। विदेशों में जदों बच्चे ना 5-7 साल के हो जाते हैं, उन्होंने टारगेट दे देंगे ने, जिद्दां दी वो एक्टिविटी करता है उदां दा उन्होंने टारगेट दे देंगे है। आपां नूं भी पता लग जाता भी साडा बच्चा इहदा इंटरस्ट इधरले पासे नूं है। कई साध संगत जी बच्चे जेड़े ने, उन्हां दा रुझान जेड़ा वो खेडां वल है। जेड़े तां पेरेंट्स साध संगत जी बच्चे दा ध्यान कर लेंदे, ख्याल कर लेंदे, वेख लेंदे ने भी इहदा रुचि जेड़ी इहदी बच्चे दी खेडां वल है, वो माता पिता तां अपने बच्चे नूं उधर नूं ला दिंदे ने, खेडां वाले पासे नूं। कई इग्नोर कर देंगे ने, देखते जरूर है भी बच्चे की रुचि इस पासे नूं है, वो इग्नोर कर देंगे ने। जदों बच्चा वड्डा हुंदा है तो साध संगत जी वो बच्चा किसी पासे जोगा नहीं रहिंदा, क्योंकि जदों संभालण की लोड़ सी बच्चे नूं उदों संभालिया नहीं। विदेशों के विच 5-7 सालों के विच बच्चा जिस तरह की एक्टिविटी करता है, उन्होंने उस पासे उस फील्ड के विच उन्होंने पा देंदे ने। रहिंदी जिंदगी जिहड़ी बच्चा उस फील्ड दे विच स्टडी करता है, कामकार सीखता है, उधर नूं जांदा है। ते साडे बच्चे 12वीं कर लईआं, BA MA कर लईआं, उन्होंने पुछो की करना है, वो कहते पता नहीं की करना है, क्योंकि डिसाइड ही नहीं किया, मन च बनाया ही नहीं भी आपां करना की है अगे। तां ही तां साध संगत जी पिंडां च विहले घुमदे साडे बच्चे, इन्नियां डिग्रियां लैके भी बच्चे साध संगत जी पिंडां दे थड़ियां ते बैठे। शाम नूं वेख लिओ 5-5, 10-10 जंग बच्चे जेड़े ने वो विहले ने, क्योंकि जदों टाइम सी, जदों समा सी, जदों वत्तर सी, उदों उन्होंने अपना जो कुछ करना सी वो बीजे ही नहीं, ते बाद दे विच फिर उड़ीक ही है, पछतावा ही है। इस करके गुरु तो जीवन जांच लैनी, जीवन का राह लै लेना। जिन्नी जल्दी जीवन का राह लै लांगे उन्ने सुखाले हो जाएंगे, क्योंकि पता थोड़ा भी बारे बूढ़े तुरने भईया भईया सब हूँ जमला जही है रे। इत्थे पता थोड़ा भी कदों चल जाना आपां संसार तो। इस करके जेड़ा समा साडा साडे कोल है, इनू संभाल लईए। रही वास्ते घत समय ने एक ना मन्नी, फड़ फड़ रही तरीक समय खिसकाई करनी। भाई वीर सिंह जी कहते ने, कहते समय नू फड़न वाले बहुत आए, ये समा किसे तो पकड़िया नहीं गया। आ सूई घड़ी साध संगत जी अपनी ਜਿਹੜੇ ਕਲੌਕ ਟੰਗੇ ਨੇ ਹੱਥਾਂ ਤੇ ਵੀ ਲਾਈਆਂ ਨੇ, ਕਦੇ ਵੇਖਿਆ ਇਹ ਸਮਾਂ ਪਿੱਛੇ ਨੂੰ ਮੁੜਦਾ ਵੇਖਿਆ ਕਦੇ? ਸੂਈ ਜਦੋਂ ਵੀ ਜਾਊਗੀ ਅੱਗੇ ਨੂੰ ਜਾਊਗੀ।
ਪਾਣੀ ਜਿੱਧਰ ਨੂੰ ਵੀ ਜਾਊਗਾ ਅੱਗੇ ਨੂੰ ਹੀ ਜਾਊਗਾ। ਇਸੇ ਤਰ੍ਹਾਂ ਸਾਹ ਵੀ ਲੰਘਦੇ ਜਾ ਰਹੇ, ਜੀਵਨ ਵੀ ਲੰਘਦਾ ਜਾ ਰਿਹਾ, ਉਮਰ ਵੀ ਲੰਘਦੀ ਜਾ ਰਹੀ। ਜਿਹੜਾ ਵੇਲਾ ਸਾਡੇ ਕੋਲੋਂ ਖੁੱਸ ਗਿਆ ਉਹ ਵੇਲਾ ਵਾਪਸ ਸਾਡੇ ਹੱਥ ਨਹੀਂ ਆਉਣਾ। ਆ ਜਿਹੜੀ ਘੜੀ ਸਾਡੀ ਹੁਣ ਲੰਘ ਰਹੀ ਹੈ ਨਾ, ਇਹ ਨਹੀਂ ਵਾਪਸ ਆਣੀ, ਸਾਰੀ ਜ਼ਿੰਦਗੀ ਵਾਪਸ ਨਹੀਂ ਆਉਣੀ। ਜਿਹੜੇ ਸਾਧ ਸੰਗਤ ਜੀ ਜਵਾਨ ਹੋ ਗਏ ਨੇ, ਕੀ ਉਹਨਾਂ ਕੋਲ ਬਚਪਨ ਦੁਬਾਰਾ ਆ ਗਿਆ? ਨਹੀਂ ਆਇਆ। ਜਿਹੜੇ ਬੁੱਢੇ ਹੋ ਗਏ ਨੇ, ਕੀ ਉਹਨਾਂ ਕੋਲ ਜਵਾਨੀ ਵਾਪਸ ਆ ਗਈ? ਨੈਵਰ, ਕਦੇ ਵੀ ਨਹੀਂ ਆ ਸਕਦੀ। ਜਿਹੜੇ ਮਰ ਗਏ ਨੇ, ਕੀ ਉਹ ਵਾਪਸ ਜਿੰਦਾ ਹੋ ਸਕਦੇ ਨੇ? ਕਦੇ ਵੀ ਨਹੀਂ ਹੋ ਸਕਦੇ। ਇਹ ਵੇਲਾ ਜਿਉਂ ਦਾ ਤਿਉਂ ਲੰਘਦਾ ਜਾ ਰਿਹਾ, ਲੰਘਦਾ ਜਾ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਵੇਲੇ ਦੀ ਸੰਭਾਲ ਕਰਨ ਦੀ ਜਾਂਚ, ਜੀਵਨ ਜਾਂਚ ਸਾਨੂੰ ਸਿਖਾਉਂਦੇ ਨੇ ਤੇ ਐਦਾਂ ਕਹਿੰਦੇ ਨੇ, ਮੁੜ ਕੇ ਹੱਥ ਆਉਂਦਾ ਨਹੀਂ ਜੀ, ਇੱਕ ਵਾਰੀ ਲੰਘਿਆ ਵੇਲਾ। ਮੁੜ ਕੇ ਹੱਥ ਆਉਣਾ ਨਹੀਂ, ਇੱਕ ਵਾਰੀ ਲੰਘਿਆ ਵੇਲਾ। ਇੱਕ ਵਾਰੀ ਲੰਘਿਆ ਵੇਲਾ, ਇੱਕ ਵਾਰੀ ਲੰਘਿਆ ਵੇਲਾ। ਮੁੜ ਕੇ ਹੱਥ ਆਉਣਾ ਨਹੀਂ ਬਈ, ਇੱਕ ਵਾਰੀ ਲੰਘਿਆ ਵੇਲਾ। ਮੁੜ ਕੇ ਹੱਥ ਆਉਣਾ ਨਹੀਂ, ਇੱਕ ਵਾਰੀ ਲੰਘਿਆ ਵੇਲਾ। ਇੱਕ ਵਾਰ ਲੰਘਿਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ। ਇਸ ਸਮੇਂ ਨੂੰ ਸੰਭਾਲਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕੋਲ ਇੱਕ ਭਾਈ ਭਾਨੇ ਨਾਮ ਦਾ ਸਿੱਖ ਆਇਆ, ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਉਪਦੇਸ਼ ਬਖਸ਼ੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਿੱਖਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਵਾਸ ਸਵਾਸ ਯਾਦ ਕਰਿਆ ਕਰ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਸਵਾਸ ਸਵਾਸ ਜਪਣ ਤੋਂ ਭਾਵ ਇਹ ਨਹੀਂ ਵੀ ਚੌਂਕੜਾ ਲਾ ਕੇ ਲੈ ਕੇ ਮਾਲਾ ਕੰਮਕਾਰ ਛੱਡ ਦਿਓ, ਸਾਰਾ ਕੁਝ ਛੱਡ ਦਿਓ, ਬਸ ਜਪੀ ਜਾਓ ਜਪੀ ਜਾਓ, ਇਸ ਤਰ੍ਹਾਂ ਨਹੀਂ। ਸਵਾਸ ਸਵਾਸ ਜਪਣ ਤੋਂ ਭਾਵ ਵੀ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਅਕਾਲ ਪੁਰਖ ਦੀ ਯਾਦ ਸਾਡੇ ਮਨ ਵਿੱਚ ਵਸੀ ਰਵੇ। ਇਹਨੂੰ ਕਹਿੰਦੇ ਨੇ ਸਵਾਸ ਸਵਾਸ ਜਪਣਾ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਮੈਂ ਸ਼ਾਰਟਲੀ ਸਾਖੀ ਨੂੰ ਸਮਾਪਤ ਕਰਾਂ। ਕਹਿਣ ਲੱਗਿਆ, ਸੱਚੇ ਪਾਤਸ਼ਾਹ ਜੀ ਸਵਾਸ ਸਵਾਸ ਹਰ ਵੇਲੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਰ ਵੇਲੇ ਉਹਦੀ ਪੁਕਾਰ ਕਰਦੇ ਜਾਓ। ਕਬੀਰ ਕੇਸੋ ਕੇਸੋ ਕੁਕੀ ਹੈ ਨਾ ਸੋਈ ਹੈ ਆਸਾਰ, ਹਰ ਵੇਲੇ। ਤੇ ਕਹਿਣ ਲੱਗਿਆ, ਸੱਚੇ ਪਾਤਸ਼ਾਹ ਮਹਾਰਾਜ ਜੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਰ ਵੇਲੇ ਮੈਂ ਪੁਕਾਰਦਾ ਰਿਹਾ, ਅਕਾਲ ਪੁਰਖ ਵਾਹਿਗੁਰੂ ਜੀ ਤਾਂ ਮੇਰੇ ਤੋਂ ਗੁੱਸੇ ਹੋ ਜਾਣਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿਵੇਂ? ਕਹਿੰਦਾ ਮਹਾਰਾਜ ਜੀ ਜੇ ਕਿਸੇ ਨੂੰ ਬਾਰ-ਬਾਰ ਬੁਲਾਈ ਜਾਓ ਦੁਨੀਆ ਦੇ ਕਿਸੇ ਵੀ ਬੰਦੇ ਨੂੰ, ਉਹ ਬੰਦਾ ਦੁਖੀ ਨਹੀਂ ਹੋ ਜਾਂਦਾ? ਤੁਸੀਂ ਕਿਸੇ ਬੰਦੇ ਨੂੰ 5 10 20 ਵਾਰ ਬੁਲਾਈ ਜਾਓ, ਉਹ ਅੱਕ ਜੇਗਾ, ਉਹ ਸਾਨੂੰ ਗੁੱਸੇ ਹੋਵੇਗਾ। ਕੀ ਅਕਾਲ ਪੁਰਖ ਵਾਹਿਗੁਰੂ ਗੁੱਸੇ ਨਹੀਂ ਹੋਵੇਗਾ? ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸਿੱਖਾ ਦੁਨੀਆ ਦਾ ਕੋਈ ਵੀ ਬੰਦਾ ਬਾਰ-ਬਾਰ ਬੁਲਾਉਣ ਤੇ ਭਾਵੇਂ ਗੁੱਸੇ ਹੋ ਜਾਵੇ, ਪਰ ਅਕਾਲ ਪੁਰਖ ਵਾਹਿਗੁਰੂ ਜੀ ਗੁੱਸੇ ਨਹੀਂ ਹੁੰਦੇ।
ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤਾਂ ਜਿੰਨੀ ਵਾਰ ਯਾਦ ਕਰੋਗੇ, ਜਿੰਨੀ ਵਾਰ ਉਹਨੂੰ ਚੇਤੇ ਕਰੋਗੇ, ਉਨੀ ਵਾਰ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਗ ਸੰਗ ਸਾਡੇ ਹੋ ਕੇ ਵਰਤੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਵੇਂ ਕੋਈ ਮਨੁੱਖ, ਕੋਈ ਬੰਦਾ, ਕੋਈ ਨੌਕਰ ਕਿਸੇ ਰਾਜੇ ਦਾ ਨੌਕਰ ਹੈ, ਕਿਸੇ ਕਾਰਨ ਕਰਕੇ ਉਹਨੂੰ ਕੋਈ ਪਕੜ ਲੈਂਦਾ ਹੈ, ਤੇ ਜੇਕਰ ਉਹ ਰਾਜੇ ਨੂੰ ਆਵਾਜ਼ਾਂ ਮਾਰ ਮਾਰ ਕੇ ਬਾਰ-ਬਾਰ ਪੁਕਾਰਦਾ ਨਾ, ਕਹਿੰਦੇ ਰਾਜੇ ਦੀ ਆਵਾਜ਼ ਸੁਣ ਕੇ, ਉਸ ਮਨੁੱਖ ਦੀ ਆਵਾਜ਼ ਸੁਣ ਕੇ, ਰਾਜੇ ਦਾ ਨਾਂ ਸੁਣ ਕੇ ਜਿਨ੍ਹਾਂ ਬੰਦਿਆਂ ਨੇ ਉਹਨੂੰ ਪਕੜਿਆ ਹੁੰਦਾ ਉਹਨੂੰ ਛੱਡ ਦਿੰਦੇ ਨੇ। ਆ ਸਾਨੂੰ ਪੁਲਿਸ ਵਾਲੇ ਜੇ ਕਿਤੇ ਘੇਰ ਲੈਣ ਨਾ, ਵੀ ਤੇਰਾ ਲਾਇਸੈਂਸ ਨਹੀਂ ਹੈ, ਤੂੰ ਮਾਸਕ ਨਹੀਂ ਲਾਇਆ, ਜਾਂ ਤੇਰੀ ਇੰਸ਼ੋਰੈਂਸ ਨਹੀਂ ਹੋਈ, ਜਾਂ ਪੋਲਿਊਸ਼ਨ ਨਹੀਂ ਹੈਗਾ, ਤੇ ਆਪਾਂ ਉਦੋਂ ਹੀ ਫੋਨ ਮਿਲਾ ਦਿੰਦੇ ਕਿਸੇ ਵੱਡੇ ਲੀਡਰ ਨਾਲ। ਜੇਕਰ ਸਾਡਾ ਉੱਠਣ ਬੈਠਣ ਹੈ ਨਾ, ਆਪਾਂ ਉਦੋਂ ਹੀ ਫੋਨ ਮਿਲਾ ਦਈਏ, ਤੇ ਆਪਾਂ ਉਹਨੂੰ ਪੁਲਿਸ ਵਾਲੇ ਨੂੰ ਕਹਿ ਦਈਏ ਵੀ ਆਲਾ ਗੱਲ ਕਰ, ਐਸਐਸਪੀ ਨਾਲ ਗੱਲ ਕਰ ਲੈ, ਐਸਪੀ ਨਾਲ ਗੱਲ ਕਰ ਲੈ, ਜਾਂ ਵੱਡੇ ਅਧਿਕਾਰੀ ਕੋਈ ਵੀ ਲਾ ਲਓ, ਤੇ ਉਹਦਾ ਨਾਂ ਸੁਣ ਕੇ ਉਹ ਕਹਿ ਦੂਗਾ ਹੱਥ ਜੋੜ ਕੇ ਵੀ ਜਾ ਬਈ, ਲੋੜ ਨਹੀਂ ਤੇਰੇ ਕਾਗਜ਼ ਵੇਖਣ ਦੀ। ਉਸੇ ਤਰ੍ਹਾਂ ਅਕਾਲ ਪੁਰਖ ਨੂੰ ਜਦੋਂ ਬਾਰ-ਬਾਰ ਯਾਦ ਕਰਾਂਗੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸਿੱਖਾ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਹੋ ਕੇ ਵਰਤਣਗੇ। ਇਸ ਕਰਕੇ ਜਿੰਨੀ ਵਾਰ ਅਕਾਲ ਪੁਰਖ ਨੂੰ ਚੇਤੇ ਕੀਤਾ ਜਾਵੇ ਸਵਾਸ ਸਵਾਸ, ਉਨੀ ਵਾਰ ਅਕਾਲ ਪੁਰਖ ਜੀ ਸਾਡੇ ਨਾਲ ਖੜਦੇ ਹਨ ਔਰ ਸਾਨੂੰ ਜੀਵਨ ਰਾਹ ਮਿਲਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਚੇਤੇ ਕਰਨਾ ਸਾਨੂੰ ਚਾਹੀਦਾ ਹੈ, ਕਿਉਂਕਿ ਅਕਾਲ ਪੁਰਖ ਦੀ ਬਦੌਲਤ ਹੀ ਅਸੀਂ ਸੰਸਾਰ ਵਿੱਚ ਵਿਚਰ ਰਹੇ ਹਾਂ। ਉਹਨੂੰ ਨਾ ਭੁੱਲੀਏ ਜਿਹਨੇ ਸੰਸਾਰ 'ਚ ਸਾਨੂੰ ਲਿਆਂਦਾ ਹੈ, ਉਹਨੂੰ ਕਦੇ ਨਾ ਭੁੱਲੀਏ ਜਿਹਦੇ ਕਰਕੇ ਸਾਡੀ ਹੋਂਦ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਬਾਣ। ਸਦਾ ਹੀ ਆਪਣੀ ਜੜ ਨੂੰ ਸਦਾ ਯਾਦ ਰੱਖੀਏ। ਸਾਡੀ ਜੜ ਕੀ ਹੈ ਜੀ? ਅਕਾਲ ਪੁਰਖ ਵਾਹਿਗੁਰੂ, ਜਿਹਦੇ ਵਿੱਚੋਂ ਅਸੀਂ ਪੈਦਾ ਹੋਏ ਆ, ਮਰ ਕੇ ਜਿਹਦੇ ਵਿੱਚ ਅਸੀਂ ਸਮਾਉਣਾ ਹੈ, ਉਹ ਹੈ ਅਕਾਲ ਪੁਰਖ ਵਾਹਿਗੁਰੂ ਜੀ। ਆਓ ਉਹਦੀ ਯਾਦ ਆਪਣੇ ਮਨਾਂ 'ਚ ਵਸਾਈਏ, ਚੰਗੇ ਗੁਣ, ਚੰਗਾ ਜੀਵਨ ਸਿਰਜੀਏ। ਆਪਣੇ ਜਿੰਨੇ ਵੀ ਸਾਹ ਸਾਡੇ ਰਹਿੰਦੇ ਨੇ, ਉਹਨਾਂ ਸਾਹਾਂ ਨੂੰ ਕੀਮਤੀ ਬਣਾਉਣ ਵਾਸਤੇ ਕਿਤੇ ਚੰਗੀ ਜਗ੍ਹਾ ਇਨਵੈਸਟ ਕਰੀਏ, ਤਾਂ ਜੋ ਚੰਗਾ ਪ੍ਰੋਫਿਟ, ਚੰਗਾ ਲਾਭ ਸਾਨੂੰ ਜ਼ਿੰਦਗੀ ਵਿੱਚ ਗੁਣਾ ਦੁਆਰਾ ਮਿਲ ਸਕੇ। ਫਿਰ ਲੋਕ ਸੁਖੀ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭਾਈ ਗੁਰਸੇਵਕ ਸਿੰਘ ਜੀ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਗਏ ਨੇ। ਮੌਤ ਕਿਸੇ ਨਾ ਕਿਸੇ ਕਾਰਨ ਕਰਕੇ ਆਉਂਦੀ ਹੈ। ਕਾਰਨ ਤਾਂ ਬਣਨਾ ਹੀ ਹੁੰਦਾ, ਉਸ ਕਾਰਨ ਨੂੰ ਕੋਈ ਸਾਧ ਸੰਗਤ ਜੀ ਪਰੇ ਨਹੀਂ ਕਰ ਸਕਦਾ। ਜਿਵੇਂ ਕਿਸੇ ਦੀ ਆਉਣੀ ਹੈ, ਗੁਰੂ ਜੀ ਦਾ ਬਚਨ ਨਹੀਂ 12 ਤੇ ਵਧੀਕ 'ਚ ਕਹਿੰਦੇ, ਨਾਨਕ ਕਿਸ ਨੂੰ ਆਖੀਐ, ਨਾਨਕ ਕਿਸ ਨੂੰ ਆਖੀਐ, ਬਿਨ ਪੁੱਛੀਆਂ ਹੀ ਲੈ ਜਾਏ। ਉਹਨੇ ਸਾਧ ਸੰਗਤ ਜੀ ਸਾਤੋਂ ਪੁੱਛਣਾ ਨਹੀਂ ਹੈ ਵੀ ਮੈਂ ਫਲਾਣੇ ਨੂੰ ਲੈ ਕੇ ਚੱਲਿਆ, ਤੇਰੇ ਪੁੱਤਰ ਨੂੰ ਲੈ ਕੇ ਚੱਲਿਆ ਮਾਤਾ, ਪੁੱਛਣਾ ਨਹੀਂ ਹੈ। ਮੈਂ ਇਹਨੂੰ ਲੈ ਕੇ ਚੱਲਿਆ, ਪੁੱਛਣਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਕਿਹਨੂੰ ਆਖੀਏ, ਕਿਉਂਕਿ ਉਹ ਬਿਨ ਪੁੱਛਿਆ ਹੀ ਲੈ ਜਾਂਦਾ ਹੈ। ਉਹ ਦੱਸਦਾ ਹੀ ਨਹੀਂ ਹੈ ਕਦੋਂ, ਕਿਹਨੂੰ, ਕਿਸ ਵੇਲੇ, ਕਿਵੇਂ ਲੈ ਕੇ ਜਾਣਾ ਹੈ। ਕਬੀਰ ਕਿਆ ਜਾਣਾ ਕਿ ਬਮ ਰਹੇਂਗੇ, ਐਸਾ ਮਰਨਾ ਹੋਏ। ਕਬੀਰ ਸਾਹਿਬ ਕਹਿੰਦੇ, ਪਰ ਜੇਕਰ ਸਾਹਿਬਨ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਪਤਾ ਨਹੀਂ ਕਿਵੇਂ ਮਰਨਾ, ਕਿੱਥੇ ਮਰਨਾ, ਕਦੋਂ ਮਰਨਾ, ਇਹ ਨਹੀਂ ਕਿਸੇ ਨੂੰ ਪਤਾ। ਪਰ ਕਬੀਰ ਸਾਹਿਬ ਕਹਿੰਦੇ, ਜੇਕਰ ਪ੍ਰਮਾਤਮਾ ਯਾਦ ਹੋਏਗਾ, ਫਿਰ ਸਾਡਾ ਮਰਨਾ ਸੁਖਾਲਾ ਹੋ ਜੂ। ਜਮਾਂ ਦੇ ਤੱਕੇ ਅਸੀਂ ਨਹੀਂ ਚੜਾਂਗੇ। ਇਸ ਕਰਕੇ ਆਓ ਰੱਬ ਨੂੰ ਚੇਤੇ ਰੱਖੀਏ, ਮੌਤ ਨੂੰ ਚੇਤੇ ਰੱਖੀਏ, ਤਾਂ ਕਿ ਸਾਡਾ ਮਰਨਾ ਸੁਖਾਲਾ ਹੋ ਜੇ। ਜ਼ਿੰਦਗੀ ਵਿੱਚ ਕੋਈ ਗੁਣ ਖੱਟੋ। ਆਓ ਮ੍ਰਿਤਕ ਪ੍ਰਾਣੀ ਨੂੰ, ਵਿਛੜੀ ਰੂਹ ਨੂੰ ਗੁਰਬਾਣੀ ਦੀ ਇੱਕ ਅਸੀਸ ਦਾ, ਇੱਕ ਪੰਕਤੀ ਦਾ ਸ਼ਬਦ ਪੜ੍ਹ ਕੇ ਆਨੰਦ ਸਾਹਿਬ ਪੜ੍ਹੀਏ। ਨਾਲ ਦੀ ਨਾਲ ਸਾਰਿਆਂ ਨੇ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਦੀ ਸ਼ਾਂਤੀ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ। ਦੇਹੋ ਸੱਜਣ ਅਸੀਸੜੀਆਂ, ਸੁਬੇ ਸਾਹਿਬ ਸਿਉ ਮੇਲ। ਦੇਹੋ ਸੱਜਣ
ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਜਪੋ। ਹੋਵੇ ਸਾਹਿਬ ਸਿਉ ਮੇਲ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਜਿਉ ਹੋਵੇ ਸਾਹਿਬ ਸਿਉ ਮੇਲ ਹੋਵੇ ਸਾਹਿਬ ਸਿਉ ਮੇਲ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਨੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸੱਚਾ ਕਾਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਅੰਧ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ। ਕਹੋ ਨਾਨਕ ਸਭ